ਓਅੰਕਾਰ ਨਿਰੰਕਾਰ ਰਾਜਾ ਸਾਹਿਬ ਜੀ। ਸਮੂਹ ਸੰਗਤਾਂ ਨੂੰ ਜੈ ਰਾਜਾ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਓ ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਤੀਜੇ ਪਾਠ ਦੇ ਵਿੱਚ ਆਪਾਂ ਜੁੜੀਏ ਕਿ ਰਾਜਾ ਸਾਹਿਬ ਮਹਾਰਾਜ ਜੀ ਸਾਨੂੰ ਕੀ ਸਮਝਾ ਰਹੇ ਹਨ। ਸਵਈਆ ਜਮ ਨੇਮ ਤੇ ਆਸਣ ਓ ਪ੍ਰਤਿਹਾਰ ਤੇ, ਸਮਦਨ ਧਿਆਨ ਓ ਜੋਗ ਕਮਾਇਓ। ਇਹ 8 ਅੰਗ ਹੀ ਜੋਗ ਕੇ ਸਾਧਕ, ਸਾਧ ਜਗੂਸ਼ਰ ਨਾਮ ਕਹਾਇਓ। ਸੁਰਤ ਓ ਨਿਰਤ ਕੀ ਖੇਡ ਰਚਾ, ਕਰ ਬੇਨ ਅਨਾਹਦ ਕਿੰਗ ਬਜਾਇਓ। ਦਾਸ ਭਗਵਾਨ ਇਉ ਸੁਣ ਕੇ ਮਹਿਲ, ਗੈਬ ਕਾ ਚਾਨਣ ਅਜਬ ਹੀ ਪਾਇਓ। ਹਜ਼ੂਰ ਨਾਮ ਕੁਲ ਨਿਵਾਜ ਸਾਹਿਬ ਮਹਾਰਾਜ ਆਪਣੇ ਇਸ ਸਵਈਏ ਦੇ ਵਿੱਚ ਸਾਨੂੰ ਸਮਝਾ ਰਹੇ ਹਨ, ਮਨ ਅਤੇ ਇੰਦਰੀਆਂ ਨੂੰ ਹੇ ਭਾਈ ਆਪਣੇ ਕਾਬੂ ਵਿੱਚ ਰੱਖ ਕੇ ਦਸਮ ਦਵਾਰ ਦੇ ਦਸਵੇਂ ਦਵਾਰ ਵਿੱਚ ਧਿਆਨ ਲਾ। ਇਹੀ ਸੱਚਾ ਯੋਗ ਹੈ। ਇਹ 8 ਅੰਗ ਹੀ ਯੋਗ ਦੀ ਸਾਧਨਾ ਹਨ। ਜੋਗੀ ਲੋਕ ਇਸੇ ਦੀ ਕਮਾਈ ਕਰਕੇ ਉੱਚੀਆਂ ਪਦਵੀਆਂ ਪਾਉਂਦੇ ਹਨ। ਆਪਣੀ ਸੁਰਤ ਨੂੰ ਦਸਵੇਂ ਦਵਾਰ ਵਿੱਚ ਜੋੜ ਕੇ ਐਸੀ ਖੇਡ ਰਚਾਓ ਕਿ ਤੁਹਾਨੂੰ ਆਪਣੀ ਅੰਤਰ ਆਤਮਾ ਦਾ ਚਾਨਣ ਹੋ ਜਾਵੇ। ਰਾਜਾ ਸਾਹਿਬ ਜੀ ਇਸ ਤਰ੍ਹਾਂ ਤੁਹਾਨੂੰ ਸੁਣਦੇ ਮਹਿਲਾਂ ਵਿੱਚ ਦਾਖਲ ਕਰਕੇ ਅੰਨ ਦਿਸਦੇ ਭਾਵ ਗੈਬ ਦੀ ਅਜੀਬ ਰੋਸ਼ਨੀ ਦੇ ਦਰਸ਼ਨ ਕਰਾਉਂਦੇ ਹਨ। ਸਵਈਆ ਦੂਧ ਬਿਖੇ ਜੈਸੇ ਕ੍ਰਿਤ ਰਿਹਾ, ਰਚ ਬੀਚ ਅਨਾਤਮ ਆਤਮ ਤੈਸੇ। ਬਾਜ ਬਲੂ ਬਨ ਹੈ ਰਹਿ ਜਾਵਤ, ਹੋਤ ਸਰੂਪ ਨ ਸਾਬਤ ਐਸੇ। ਗਿਆਨ ਮਦਾਨ ਫਿਰੇ ਅਤ ਸੁੰਦਰ, ਨੇਤਨ ਨਾਮ ਕਰੇ ਜਬ ਪੈਸੇ। ਦਾਸ ਭਗਵਾਨ ਜੇ ਬ੍ਰਹਮ ਮਥੇ, ਨਹੀਂ ਹੋਏ ਅਖੰਡ ਆਨੰਦ ਤਾਂ ਕੈਸੇ। ਜਿਸ ਪ੍ਰਕਾਰ ਦੁੱਧ ਵਿੱਚ ਘੀ ਮਿਲਿਆ ਹੁੰਦਾ ਹੈ, ਇਸੇ ਤਰ੍ਹਾਂ ਜਗਤ ਵਿੱਚ ਬ੍ਰਹਮਾ ਸਮਾਇਆ ਹੋਇਆ ਹੈ। ਉਹ ਅਕਾਲ ਪੁਰਖ ਸਮਾਇਆ ਹੋਇਆ ਹੈ। ਸੁਰਤੀ ਤੋਂ ਬਿਨਾਂ ਜੁਗਤੀ ਨਾਲ ਅਭਿਆਸ ਕੀਤੇ ਬਿਨਾਂ ਸਰੂਪ ਦਾ ਗਿਆਨ ਕਿਸ ਤਰ੍ਹਾਂ ਹੋਵੇ। ਰਾਜਾ ਸਾਹਿਬ ਜੀ ਫਰਮਾਨ ਕਰਦੇ ਹਨ ਕਿ ਨਾਮ ਸਿਮਰਨ ਦਾ ਪੁੰਨਾ ਅਭਿਆਸ ਰੂਪੀ ਰੱਸੀ ਦੁਆਰਾ ਗਿਆਨ ਦੀ ਮਧਾਣੀ ਨਾਲ ਰਿੜਕ ਕੇ ਬਿਨਾਂ ਕਦੇ ਨਾਸ਼ ਹੋਣ ਵਾਲਾ ਆਨੰਦ ਕਦੇ ਵੀ ਪ੍ਰਾਪਤ ਨਹੀਂ ਹੋ ਸਕਦਾ। ਇਸ ਲਈ ਰੱਬੀ ਭੈ ਅੰਦਰ ਰਹਿ ਕੇ ਗੁਰੂ ਸ਼ਬਦ ਦੀ ਕਮਾਈ ਦੁਆਰਾ ਹੀ ਆਤਮਿਕ ਆਨੰਦਤਾ ਦੀ ਮੰਜ਼ਿਲ 'ਤੇ ਪੁੰਜਿਆ ਜਾ ਸਕਦਾ ਹੈ। ਇਸ ਆਸ਼ੇ ਨੂੰ ਕਬੀਰ ਜੀ ਮਹਾਰਾਜ ਆਪਣੀ ਬਾਣੀ ਵਿੱਚ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਹਨ ਕਿ ਵੱਡਿਆਂ ਨੂੰ ਹਰੀ ਦੇ ਮਿਲਣ ਦਾ ਭੇਦ ਨਹੀਂ ਲੱਭਦਾ, ਕਿਉਂਕਿ ਉਹ ਪਾਠ ਆਦਿ ਉਤੋਂ ਦੇ ਯਤਨਾਂ ਵਿੱਚ ਲੱਗੇ ਰਹਿੰਦੇ ਹਨ ਅਤੇ ਮਿਹਰ ਦੀ ਨਜ਼ਰ ਢੂੰਡ ਕੇ ਮਨ ਵਿੱਚ ਸ਼ਬਦ ਦੀ ਵਿਚਾਰ ਦੁਆਰਾ ਨਾਮ ਨਹੀਂ ਜਪਦੇ। ਹਰ ਕਾ ਬਿਲੋਵਣਾ ਬਿਲੋਵੋ ਮੇਰੇ ਭਾਈ, ਸਹਿਜ ਬਿਲੋਵੋ ਜੈਸੇ ਤਤ ਨਾ ਜਾਈ। ਸਵਈਆ ਸੋ ਪਰਮਾਤਮ ਹੈ ਸਹੀ ਆਤਮ, ਬਿਨਸਤ ਨਾਹਿਨ ਹੈ ਅਬਿਨਾਸੀ। ਆਂਦ੍ਰਿਸ਼ ਅਨਾਸ ਕਾ ਧਿਆਨ ਤਰੁ, ਮਨ ਦ੍ਰਿਸ਼ ਪਦਾਰਥ ਹੈ ਸਭ ਨਾਸੀ। ਅਸ਼ਟ ਦਸਾਂ ਖਟ 4 ਪੁਕਾਰਤ, ਨਾਮ ਓ ਰੂਪ ਹੈ ਕਾਲ ਗਰਾਸੀ। ਦਾਸ ਭਗਵਾਨ ਅਨਾਤਮ ਕੋ, ਤਜ ਆਤਮ ਲੀਨ ਸਦਾ ਸੁਖ ਰਾਸੀ। ਹਜ਼ੂਰ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ, ਇਹ ਪਰਮਾਤਮਾ ਹੀ ਹੈ ਜੋ ਨਹੀਂ ਜਾਂਦਾ ਅਤੇ ਨਾ ਹੀ ਨਾਸ਼ ਹੁੰਦਾ ਹੈ। ਪਰਮਾਤਮਾ ਕਦੀ ਵੀ ਨਾਸ਼ ਨਹੀਂ ਹੁੰਦਾ ਅਤੇ ਨਾ ਹੀ ਉਸ ਨੂੰ ਕੋਈ ਨਾਸ਼ ਕਰ ਸਕਦਾ ਹੈ। ਇਸ ਕਰਕੇ ਨਾ ਦਿਸਣ ਵਾਲੇ ਅਤੇ ਨਾ ਨਾਸ਼ ਹੋਣ ਵਾਲੇ ਵਾਹਿਗੁਰੂ ਦਾ ਮਨ ਵਿੱਚ ਧਿਆਨ ਧਰ, ਕਿਉਂਕਿ ਦਿਸਣ ਵਾਲੇ ਪਦਾਰਥ ਸਭ ਨਾਸ਼ਵਾਨ ਹੁੰਦੇ ਹਨ। ਜੋ ਵੀ ਇਹ ਦੁਨਿਆਵੀ ਪਦਾਰਥ ਗੁਰੂ ਪਿਆਰਿਓ ਆਪਾਂ ਦੇਖਦੇ ਹਨ, ਇਹ ਸਭ ਨਾਸ਼ਵਾਨ ਹਨ। 18 ਪੁਰਾਣਾ 6 ਸ਼ਾਸਤਰ ਅਤੇ 4 ਵੇਦ ਪੁਕਾਰ ਕੇ ਕਹਿੰਦੇ ਹਨ ਕਿ ਨਾਮ ਰੂਪ ਸੰਸਾਰ ਨੂੰ ਕਾਲ ਗ੍ਰਸ ਲਏਗਾ। ਨਾਮ ਰੂਪ ਸੰਸਾਰ ਨੂੰ ਕਾਲ ਗ੍ਰਸ ਲਏਗਾ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਨਾਮ ਰੂਪ ਸੰਸਾਰ ਨੂੰ ਛੱਡ ਕੇ
ਅਨਾਤਮ ਰੂਪ ਆਤਮਾ ਦਾ ਚਿੰਤਨ ਕਰ ਜੋ ਸੁੱਖਾਂ ਦੀ ਰਾਸ ਹੈ। ਇੱਥੇ ਸਾਨੂੰ ਸਮਝਣ ਦੀ ਲੋੜ ਹੈ ਕਿ ਹਜ਼ੂਰ ਪਾਤਸ਼ਾਹ ਸਾਨੂੰ ਕੀ ਸਮਝਾ ਰਹੇ ਹਨ ਕਿ ਨਾਮ ਰੂਪ ਸੰਸਾਰ ਨੂੰ ਕਾਲ ਗ੍ਰਸ ਲਏਗਾ, ਕਿ ਜੋ ਇਨਸਾਨ ਇਸ ਦੁਨਿਆਵੀ ਜੀਵਨ ਦੇ ਵਿੱਚ ਇੰਨੇ ਕੁ ਉਲਝ ਚੁੱਕੇ ਹਨ, ਉਹਨਾਂ ਦੇ ਹਰ ਵੇਲੇ ਕਾਲ ਆਲੇ ਦੁਆਲੇ ਉਹਨਾਂ ਦੇ ਫਿਰਦਾ ਰਹਿੰਦਾ ਹੈ ਅਤੇ ਕਾਲ ਉਹਨਾਂ ਨੂੰ ਆਪਣੇ ਆਪ ਦੇ ਵਿੱਚ ਗ੍ਰਸ ਲਵੇਗਾ। ਸਵਈਆ ਹੈ ਕਟ ਅੰਤਰ ਸਰਬ ਨਿਰੰਤਰ, ਹੋਏ ਇਕਤਰ ਬਾਤ ਬੰਚਾਰੀ। ਸਤਿਗੁਰ ਬਾਝ ਨਹੀਂ ਹੱਥ ਆਵਤ, ਮਿਲ ਕਰ ਉਹ ਉਨਹਨ ਕਾਜ ਸੰਵਾਰੀ। शब्द की कुंजी को लेकर, बालक तू गड़काया के कुल्फ उतारी। दास भगवान खूने खट चक्र, जा गगनंतर सुरत सिंधारी। श्री नाम कलम राजा साहब जी फरमान करते हैं कि मन की इकाग्रता हासिल करन उपरंत इकत्तर हो के विचारन तो ये पता लगा है कि जो सारे पासे परिपूर्ण हो रहा है वो तो सारिਆਂ ਦੇ ਹਿਰਦੇ ਵਿੱਚ ਸਮਾ ਰਿਹਾ ਹੈ। ਭਾਵ ਆਪਣੇ ਹੀ ਅੰਦਰ ਉਸ ਦੀ ਖੋਜ ਕਰੋ, ਪਰ ਕੁੰਜੀ ਸਤਿਗੁਰ ਦੇ ਹੱਥ ਹੈ। ਪੂਰੇ ਗੁਰੂ ਨੂੰ ਹੀ ਮਿਲ ਕੇ ਮਿਲਾਪ ਰੂਪ ਕਾਰਜ ਸਿੱਧ ਹੋ ਸਕਦਾ ਹੈ। ਹੇ ਅਗਿਆਨੀ ਜੀਵਾ ਰੂਪੀ ਬਾਲਕ, ਸਤਿਗੁਰ ਪਾਸੋਂ ਸ਼ਬਦ ਰੂਪੀ ਕੁੰਜੀ ਪ੍ਰਾਪਤ ਕਰਕੇ ਕਾਇਆ ਰੂਪੀ ਕਿਲੇ ਦਾ ਜੰਦਰਾ ਖੋਲ੍ਹ। ਰਾਜਾ ਸਾਹਿਬ ਜੀ ਫਰਮਾਨ ਕਰਦੇ ਹਨ ਤਾਂ ਕਿ ਚੱਕਰ ਛੇਦਨ ਭਾਵ ਦਸਮ ਦੁਆਰ ਖੁੱਲ੍ਹਦਾ ਹੈ। ਜੋ ਉਸ ਪਰਮਾਤਮਾ ਦਾ ਨਾਮ ਜਪਦੇ ਹਨ, ਉਸ ਪਰਮਾਤਮਾ ਦੇ ਨਾਮ ਸਿਮਰਨ ਦੀ ਕਮਾਈ ਕਰਦੇ ਹਨ, ਉਹਨਾਂ ਦਾ ਜਿਹੜਾ ਫਿਰ ਦਸਮ ਦੁਆਰ ਹੈ ਉਹ ਵੀ ਖੁੱਲ੍ਹ ਜਾਂਦਾ ਹੈ। ਸਵਈਆ ਜਾਗਰਤ ਸੁਪਨ ਸਕੋਪਤ ਸੇ ਉਠ, तुरिया के बीच में जाए समायो। नौ दरवाजे को रोक के साधक, दसवें हो कामल कदम टकायो। छोड़ के संग समूहन का फिर, होए निहंग न अंग हटायो। दास भगवान नदान सही अब, गैबल गैब को गैबल गैब हो गैब को पायो। ਹਜ਼ੂਰ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ, ਜਾਗਤ ਸੁਪਨ ਸੁਖੋਪਤੀ ਤਿੰਨਾਂ ਅਵਸਥਾ ਤੋਂ ਲੰਘ ਕੇ ਗਿਆਨ ਅਵਸਥਾ ਵਿੱਚ ਸਮਾਵੇ। ਨੌ ਦਰਵਾਜ਼ੇ ਰੋਕ ਕੇ ਭਾਵ ਸਭ ਇੰਦਰੀਆਂ ਨੂੰ ਆਪਣੇ ਕਾਬੂ ਕਰਕੇ ਦਸਵੇਂ ਦੁਆਰ ਵਿੱਚ ਸੁਰਤੀ ਨੂੰ ਟਿਕਾਓ। ਜਿਹੜੇ 9 ਦਰਵਾਜ਼ੇ ਹਨ ਗੁਰੂ ਪਿਆਰਿਓ, ਜੇਕਰ ਕੋਈ ਵੀ ਇਨਸਾਨ ਉਹਨਾਂ ਨੂੰ ਆਪਣੇ ਕਾਬੂ ਵਿੱਚ ਕਰਕੇ, ਆਪਣੀ ਇੰਦਰੀਆਂ ਨੂੰ ਕਾਬੂ ਕਰਕੇ, 9 ਇੰਦਰੀਆਂ ਨੂੰ ਕਾਬੂ ਕਰਕੇ, ਫਿਰ ਉਹ 10ਵੇਂ ਦੁਆਰ ਦੀ ਸੁਰਤ ਵਿੱਚ ਉਸ ਦਾ ਟਿਕਾਓ ਹੋ ਜਾਂਦਾ ਹੈ ਅਤੇ ਫਿਰ ਉਹ ਮਨੁੱਖ 10ਵੇਂ ਦੁਆਰ ਦੇ ਵਿੱਚ, 10ਮ ਦੁਆਰ ਦੇ ਵਿੱਚ ਪੁੱਜ ਜਾਂਦਾ ਹੈ। ਸਾਰੇ ਪਾਸਿਆਂ ਤੋਂ ਬਿਰਤੀ ਸੰਕੋਚ ਕੇ, ਕਾਮ ਕ੍ਰੋਧ ਆਦਿ ਦਾ ਸੰਗ ਛੱਡ ਕੇ ਨਿਰਭੈ ਹੋ ਕੇ ਅੱਗੇ ਵਧੋ। ਰਾਜਾ ਸਾਹਿਬ ਜੀ ਬਿਆਨ ਕਰਦੇ ਹਨ ਕਿ ਗੁਪਤ ਤੋਂ ਗੁਪਤ ਮਨ ਇੰਦਰੀਆਂ ਤੋਂ ਪਰੇ ਭਾਵ ਵਾਹਿਗੁਰੂ ਨੂੰ ਪਾਵੋਗੇ। ਜੋ ਤੁਸੀਂ ਕਦੇ ਵੀ ਆਪਣੇ ਮਨ ਵਿੱਚ ਨਹੀਂ ਸੋਚਿਆ ਹੋਵੇਗਾ, ਜਦੋਂ ਤੁਸੀਂ ਉਸ ਪਰਮਾਤਮਾ ਦਾ ਨਾਮ ਜਪਣਾ ਸ਼ੁਰੂ ਕਰ ਦੇਵੋਗੇ, ਫਿਰ ਤੁਸੀਂ ਉਸ ਵਾਹਿਗੁਰੂ ਨੂੰ, ਉਸ ਦੇ ਨੇੜੇ ਇੰਨੇ ਕੁ ਚਲੇ ਜਾਵੋਗੇ, ਫਿਰ ਤੁਹਾਨੂੰ ਇਹ ਜਿਹੜਾ ਗਿਆਨ ਰੂਪੀ, ਇਹ ਜਿਹੜਾ ਬ੍ਰਹਿਮੰਡ ਦਾ ਗਿਆਨ ਹੈ ਉਹ ਵੀ ਤੁਹਾਨੂੰ ਪ੍ਰਾਪਤ ਹੋ ਜਾਵੇਗਾ। ਸਵਈਆ फूल की गंध समान शरीर में, नूर व्याप रहा सब अंदर। कट पट ओटट तीर्थ जल थल है, एक आत्म जंगल मंदिर। साखा छोड़ के साखी की सार लहो, यूँ गोसा गहूँ मूड़ काया की कंदर। सूखम सार स्वरूप लहें जब, ਦਾਸ ਭਗਵਾਨ ਹੋ ਬੁੱਧ ਬੇਗੰਬਰ। ਹਜ਼ੂਰ ਪਾਤਸ਼ਾਹ ਸਾਨੂੰ ਸਮਝਾ ਰਹੇ ਹਨ, ਤੀਰਥਾਂ ਦੇ ਘਾਟ, ਹਿਰਦੇ ਤੀਰਥਾਂ ਦੇ ਕਿਨਾਰੇ, ਜਲ ਮੈਦਾਨ ਅਤੇ ਜੰਗਲਾਂ ਅੰਦਰ ਸਰੀਰਕ ਆਤਮਾ ਹੈ। ਕਾਇਆ ਰੂਪੀ ਗੁਫਾ ਅੰਦਰ ਬੈਠ ਕੇ ਪਸਾਰੇ ਤੋਂ ਬਿਰਤੀ ਸੰਕੋਚ ਕੇ ਪਸਾਰਾ ਕਰਨ ਵਾਲੀ ਦੀ ਸੋਝੀ ਲਵੋ। ਰਾਜਾ ਸਾਹਿਬ ਬਿਆਨ ਕਰਦੇ ਹਨ ਕਿ ਸੂਖਮ ਦੀ ਸਾਰ ਤਦ ਪਤਾ ਲੱਗਦੀ ਹੈ ਜਦੋਂ ਬੁੱਧੀ ਹੀ ਸੂਖਮ ਹੋਵੇ।
ਇਸ ਸਵਈਏ ਦਾ ਕੀ ਅਰਥ ਹੈ, ਸਾਨੂੰ ਹਜ਼ੂਰ ਪਾਤਸ਼ਾਹ ਸਮਝਾ ਰਹੇ ਹਨ। ਤੁਸੀਂ ਜੋ ਦੂਰ ਦੁਰਾਡੇ ਤੀਰਥਾਂ 'ਤੇ ਜਾ ਕੇ ਉਸ ਪਰਮਾਤਮਾ ਨੂੰ ਖੋਜਦੇ ਫਿਰਦੇ ਹੋ, ਜੰਗਲਾਂ ਦੇ ਵਿੱਚ ਤੁਸੀਂ ਜਾ ਕੇ ਖੋਜਦੇ ਫਿਰਦੇ ਹੋ, ਉਹ ਪਰਮਾਤਮਾ ਤੁਹਾਡੇ ਅੰਦਰ ਹੀ ਸਮਾਇਆ ਹੋਇਆ ਹੈ। ਜਦੋਂ ਤੁਸੀਂ ਨਾਮ ਦੇ ਅਭਿਆਸ ਵਿੱਚ ਜੁੜ ਜਾਵੋਗੇ, ਉਸ ਪਰਮਾਤਮਾ ਦੇ ਨਾਮ ਸਿਮਰਨ ਦੇ ਅਭਿਆਸ ਵਿੱਚ ਜੁੜ ਕੇ ਉਸ ਪਰਮਾਤਮਾ ਦਾ ਨਾਮ ਸਿਮਰਨ ਭਜਨ ਬੰਦਗੀ ਕਰੋਗੇ, ਸ਼ਬਦ ਦਾ ਅਭਿਆਸ ਕਰੋਗੇ, ਫਿਰ ਤੁਹਾਨੂੰ ਕਿਤੇ ਵੀ ਤੀਰਥਾਂ 'ਤੇ ਜੰਗਲਾਂ ਦੇ ਵਿੱਚ ਜਾ ਕੇ ਉਸ ਪਰਮਾਤਮਾ ਦਾ ਨਾਮ ਜਪਣ ਦੀ ਲੋੜ ਨਹੀਂ। ਫਿਰ ਤੁਹਾਨੂੰ ਪਰਮਾਤਮਾ ਤੁਹਾਡੇ ਘਰ ਬੈਠ ਕੇ ਹੀ ਤੁਹਾਨੂੰ ਉਸ ਦੀ ਪ੍ਰਾਪਤੀ ਹੋ ਜਾਵੇਗੀ। ਗੁਰੂ ਪਿਆਰੀ ਸਾਧ ਸੰਗਤ ਜੀਓ, ਅੱਜ ਦੀ ਕਥਾ ਵਿਚਾਰ ਦੇ ਵਿੱਚ ਜੇਕਰ ਦਾਸ ਵੱਲੋਂ ਕੁਝ ਗਲਤ ਬਚਨ ਬੋਲ ਗਏ ਹੋਣ ਤੇ ਦਾਸ ਨੂੰ ਅਣਜਾਣ ਬੱਚੇ ਸਮਝ ਕੇ ਮਾफ़ ਕਰਨਾ ਜੀ। ਜਿਨ੍ਹਾਂ ਨੇ ਓਂਕਾਰ ਨਿਰੰਕਾਰ ਰਾਜਾ ਸਾਹਿਬ ਜੀ ਪੇਜ ਲਾਈਕ ਫੋਲੋ ਨਹੀਂ ਕੀਤਾ, ਉਹ ਲਾਈਕ ਅਤੇ ਫੋਲੋ ਕਰ ਲੈਣ ਅਤੇ YouTube ਚੈਨਲ ਨੂੰ ਸਬਸਕ੍ਰਾਈਬ ਵੀ ਕਰ ਦੇਣ। ਜੈ ਰਾਜਾ ਸਾਹਿਬ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।